आद निरंजन है गुरु नानक, तार के मूरत है जागे आयो। लोक सुनियो परलोक सुनियो, बिद लोक सुनियो सब दर्शन पायो। संगत पार उतारन को, गुरु नानक साहिब पंथ चलायो। वाहिगुरु श्री गुरु नानक साहिब, तार के मूरत है जागे आयो। वाहिगुरु जी का खालसा, वाहिगुरु जी की फतेह। परम पवित्र सतगुरां दी साजी नवाजी गुरु रूप साध संगत जीओ, धन धन साहिब श्री गुरु नानक देव जी महाराज जी ने महान बख्शिश कृपालता कीती है। अज महापुरखां दी तप भूमि, जिथे हर सगराम की तरह आप सारिया संगतां नूं इस पवित्र स्थान के दर्शन दीदार और महापुरखां दे प्यार विच दीवान हाल विच बैठण दा शुभ समा प्राप्त हो रहा है। ये जो पवित्र स्थान है, अज पंजवीं पुश्त आ गई है। धन धन बाबा साहब सिंह जी बेदी, उन्हां दे चरनां विच महान पवित्र आत्मा, महान योगी राज तपस्वी बाबा गुलाब शाह जी, उन्हां दे सत्कारयोग पूजनीक माता पिता जी ने महापुरखां दे चरनां च महान सेवा करके बख्शां लईआं और महापुरखां दी आशीर्वाद दे नाल ही परम पवित्र आत्मा बाबा गुलाब शाह जी का जन्म होया। और मुंड तो आप जी की जिहड़ी लगन सी वो परमात्मा बल सी। जवान अवस्था विच आए, फौज विच गए, बंदगी की लगन उस तरह मतवातर चलती रही। परंतु बाणी का फरमान है, कुंभे बदा जल रहे, जल बिन कुंभ ना होए। ज्ञान का बदा मन रहे, गुर बिन ज्ञान ना होए। दुनियावी विद्या ले लो, वो भी टीचर है, प्रोफैसर, प्रिंसीपल है, किसी उस्ताद तो बिना कोई विद्या भी प्राप्त नहीं होती। ना सफलता मिलती है, ना कोई डिग्री डिप्लोमा प्रमाण पत्र मिलता है। इस तरह जोड़ा परमार्थी रास्ता है, ये बड़ा महंगा है। ये वास्ते भी गुरु साहब कई बारी जुगा जुगा चाहते हैं, अवतार धार के महापुरख भी आए हैं। इस कलयुग के अंदर भी धन धन साहिब श्री गुरु नानक देव जी महाराज जी ने 10 जामे धार के कृपा की और गुरु साहब तो बख्शां लैके बेअंत महापुरख जिहड़े है संसार ते जिथे जिथे उन्हां दी सेवा अकाल पुरख वालों लगी सी, उस इलाके विच उन्होंने आप कमाई की और परमेश्वर नूं मिलदा रास्ता दसिया और संगत नूं बुराइयां नशे हैं होर भैड़ियां आदतां हैं छड़ा के एक परमात्मा दे सिमरन का जिहड़ा रास्ता वो दसदे रहे। क्योंकि लड़ी बड़ी पुरानी है, कोई नवी नहीं। मुंड तो ही महापुरख जिहड़े आ सतयुग विच भी, त्रेते विच भी, दुआपर च भी, इस कलयुग के अंदर भी संसार के भले वास्ते निरंकार परमेश्वर नूं
ਭੇਜਦੇ ਰਹੇ ਹੈ। ਇਸ ਇਲਾਕੇ ਦੇ ਅੰਦਰ ਫੌਜ ਤੋਂ ਬਾਅਦ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੜਾ ਧਰਮ ਦਾ ਰਾਜ ਸੀ, ਬਾਬਾ ਜੀ ਦੇ ਮਨ ਵਿੱਚ ਪਰਮਾਤਮਾ ਦੇ ਮਿਲਣ ਦੀ ਬੜੀ ਤੀਬਰ ਇੱਛਾ ਸਿੱਖ ਸੀ। ਭਈ ਕੋਈ ਗੁਰੂ ਮਿਲੇ, ਅਰਦਾਸਾਂ ਕਰਦੇ ਰਹੇ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਪੂਰਾ ਸਾਧੂ ਕਿਵੇਂ ਮਿਲੇਗਾ, ਸੰਤ ਤੇ ਬਹੁਤ ਹੈ। ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਇੱਕ ਪ੍ਰੇਮੀ ਬੜਾ ਗਰੀਬ ਸੀ, ਉਸ ਨੇ ਸੰਤਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੀ ਗਰੀਬੀ ਕਿਵੇਂ ਦੂਰ ਹੋਵੇਗੀ। ਮਹਾਂਪੁਰਸ਼ਾਂ ਕੋਲ ਜੁਗਤੀਆਂ ਹੁੰਦੀਆਂ, ਕਹਿਣ ਲੱਗੇ ਪੰਛੀਆਂ ਨੂੰ ਨਾ ਚੋਗਾ ਪਾਇਆ ਕਰ। ਹੁਣ ਪੰਛੀ ਚੋਗਾ ਚੁਗਦੇ ਆ, ਦੂਰ ਤੱਕ ਆਉਣ ਲੱਗ ਪਏ, ਬੜੀ ਮਹਿਮਾ ਫੈਲਾਈ, ਹੰਸ ਵੀ ਆਉਣ ਲੱਗ ਪਏ। ਹੰਸਾਂ ਨੂੰ ਉੱਥੇ ਮੋਤੀ ਗਲਛ ਕੇ ਸਿੱਟ ਜਾਣੇ। ਹੌਲੀ ਹੌਲੀ ਉਹ ਅਮੀਰ ਹੋ ਗਿਆ। ਇਸ ਤਰ੍ਹਾਂ ਕਹਿੰਦੇ ਆਏ ਗਏ ਅਤਿਥੀਆਂ ਦੀ, ਸਾਧੂ ਸੰਤਾਂ ਦੀ ਸੇਵਾ ਕਰਿਆ ਕਰ, ਕੋਈ ਨਾ ਕੋਈ ਹੰਸਾਂ ਵਾਂਗੂ ਪਰਮਹੰਸ ਜਿਹੜਾ ਮਹਾਤਮਾ ਉਹ ਵੀ ਤੈਨੂੰ ਮਿਲ ਪਏਗਾ। ਕਿਉਂਕਿ ਜਦੋਂ ਸੇਵਾ ਕਰਦੇ ਹਾਂ ਅਕਾਲ ਪੁਰਖ ਪ੍ਰਸੰਨ ਹੋ ਜਾਂਦਾ ਹੈ। ਜਿੱਥੇ ਉਹਦੀ ਪ੍ਰਸੰਨਤਾ ਹੁੰਦੀ ਹੈ ਉੱਥੇ ਫਿਰ ਉਹ ਕਿਸੇ ਨਾ ਕਿਸੇ ਮਹਾਂਪੁਰਖ ਨੂੰ ਮਹਾਰਾਜ ਭੇਜ ਦਿੰਦੇ ਆ ਜਿਗਿਆਸੂਆਂ ਦੇ ਭਲੇ ਵਾਸਤੇ। ਇਸ ਇਲਾਕੇ ਦੇ ਵਿੱਚ ਬਾਬਾ ਗੁਲਾਬ ਸ਼ਾਹ ਜੀ ਨੇ ਬਹੁਤ ਤਪੱਸਿਆ ਕੀਤੀ ਹੈ। ਅੱਜ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤਰਨ ਤਾਰਨ, ਸੁਲਤਾਨਪੁਰ ਲੋਧੀ, ਆਲੇ ਦੁਆਲੇ ਨਗਰਾਂ 'ਚੋਂ ਵੀ ਆਈ ਹੈ। ਜਿਹੜੀ ਰੋਜ਼ਾਨਾ ਰੂਟੀਨ ਨਾਲ ਅਸਥਾਨ ਨਾਲ ਜੁੜੀ ਹੋਈ ਸੰਗਤ ਆ ਉਹ ਵੀ ਹਾਜ਼ਰੀ ਭਰਦੀ ਹੈ। ਉਹਨਾਂ ਨੇ ਤਾਂ ਦਰਸ਼ਨ ਕੀਤੇ ਹੈ। ਨਵੀਂ ਸੰਗਤ ਨੂੰ ਮਹਾਂਪੁਰਖਾਂ ਦੇ ਤਪ ਅਸਥਾਨਾਂ ਦੇ ਸਮਾਗਮ ਤੋਂ ਬਾਅਦ ਦਰਸ਼ਨ ਵੀ ਕਰਾਉਣੇ ਆ। ਪਤਾ ਲੱਗੇ ਕਿ ਉਹ ਸੰਤ ਲੋਕ ਕਿਸ ਤਰ੍ਹਾਂ ਕਮਾਈਆਂ ਕਰਦੇ ਰਹੇ। ਉਸ ਕਮਾਈ ਦੀ ਬਰਕਤ ਨਾਲ ਉਹਨੇ ਕਿਵੇਂ ਪਰਮਾਤਮਾ ਨੂੰ ਪਾਇਆ, ਪਰਮਾਤਮਾ ਤੋਂ ਨਾਮ ਬਾਣੀ ਦੀ ਦਾਤ ਲੈ ਕੇ ਸੰਗਤਾਂ ਵਿੱਚ ਉਹ ਖਜ਼ਾਨਾ ਕਿਵੇਂ ਵੰਡਦੇ ਰਹੇ। ਅਤੇ ਮਹਾਂਪੁਰਖਾਂ ਨੂੰ ਅਚਾਨਚੱਕ ਹੀ ਸੰਤ ਮਹਾਂਪੁਰਸ਼ ਮਿਲ ਗਏ। ਉਹਨਾਂ ਨੇ ਫਿਰ ਰਸਤਾ ਦੱਸਿਆ, ਕਮਾਈ ਕੀਤੀ। ਬੜਾ ਲੰਮਾ ਸਮਾਂ ਸੰਗਤਾਂ ਦਾ ਕਲਿਆਣ ਭਲਾ ਕਰਦੇ ਰਹੇ। ਫਿਰ ਉਹਨਾਂ ਦੇ ਆਪਣੇ ਪਰਿਵਾਰ 'ਚੋਂ ਬਾਬਾ ਜੀ ਦੇ ਭਤੀਜੀ ਲੱਗਦੀ ਸੀ ਧੰਨ ਧੰਨ ਮਾਤਾ ਜੀਵਾ ਸ਼ਾਹ ਜੀ। ਗ੍ਰਸਤੀ ਲੋਕ ਜਿਹੜੇ ਹਨ ਉਹਨਾਂ ਦੀ ਜ਼ਿਆਦਾ ਭਜਨ ਨਠ ਇਹ ਹੁੰਦੀ ਹੈ ਵੀ ਬੱਚੇ ਪੜ੍ਹ ਲਿਖ ਜਾਣ ਜਾਂ ਕਾਰੋਬਾਰ ਸਿੱਖਣ, ਫਿਰ ਵਿਆਹ ਸ਼ਾਦੀ ਕਰ ਦਈਏ, ਉਹਨਾਂ ਨੂੰ ਜਗ੍ਹਾ ਬਜਗ੍ਹਾ ਸੈੱਟ ਕਰ ਦਈਏ। ਇਹ ਸੰਸਾਰੀ ਲੋਕਾਂ ਦੀ ਸੋਚ ਤਕਰੀਬਨ ਐਸੀ ਹੁੰਦੀ ਹੈ ਹਰ ਮਾਪੇ ਦੀ। ਪਰ ਜਿੱਥੇ ਦਾ ਮਣਕਾ ਉਹ ਉੱਥੇ ਉਹਦਾ ਉੱਥੇ ਹੀ ਪਰੋਇਆ ਜਾਂਦਾ ਹੈ। ਅਤੇ ਮਾਤਾ ਜੀਵਾ ਸ਼ਾਹ ਬਚਪਨ ਤੋਂ ਹੀ ਪਰਮਾਤਮਾ ਦੀ ਉਹਨਾਂ ਨੂੰ ਲਗਨ ਸੀ। ਪਰ ਘਰਦਿਆਂ ਦੀ ਜਿਵੇਂ ਵਿਚਾਰ ਸੀ ਕਿ ਸ਼ਾਦੀ ਕਰੀਏ, ਬਾਬਾ ਜੀ ਮਹਾਰਾਜ ਨੇ ਵੀ ਬੜਾ ਸਮਝਾਇਆ ਪਰ ਉਹ ਨਹੀਂ ਹਟੇ। ਮਾਤਾ ਜੀ ਦੀ ਸ਼ਾਦੀ ਕਰ ਦਿੱਤੀ, ਪਰ ਉਹ ਦੋਨੋਂ ਹੀ ਨਨਾਣ ਭਰਜਾਈ ਇੱਥੇ ਬਾਬਾ ਜੀ ਦੇ ਚਰਨਾਂ 'ਚ ਆ ਗਏ। ਹੁਣ ਘਰ ਵਾਲਿਆਂ ਨੇ ਵੀ ਹੁਣ ਅਸੀਂ ਵੀ ਅਨੋਖਾ ਜਿਹਾ ਕੰਮ ਹੋ ਗਿਆ। ਬਾਬਾ ਜੀ ਨੂੰ ਬੇਨਤੀ ਕੀਤੀ, ਕਹਿੰਦੇ ਤੁਸੀਂ ਵੀ ਆਪਣਾ ਕੰਮ ਕਰ ਲਿਆ, ਉਹਨੇ ਵੀ ਕਰ ਲਿਆ। ਗੱਜ ਕੇ ਬੋਲੋ ਸਤਿਨਾਮ, ਤੁਹਾਡਾ ਫੁਰਨਾ ਪੂਰਾ ਹੋ ਗਿਆ। ਇਹ ਤਾਂ ਹੁਣ ਦਰਗਾਹ ਹੀ ਹੈਗੇ ਆ। ਇਹਨਾਂ ਦੀ ਜਿਹੜੀ ਸੇਵਾ ਆ ਨਾ ਉਹ ਨਿਰੰਕਾਰ ਵੱਲੋਂ ਨਾਮ ਜਪਾਉਣ ਦੀ ਲੱਗੀ ਹੋਈ ਹੈ। ਅੰਦਰੋਂ ਔਖੇ ਤਾਂ ਬੜੇ ਸੀ, ਹੌਲੀ ਹੌਲੀ ਫਿਰ ਮਨ ਮੋੜਨਾ ਹੀ ਪੈਣਾ ਸੀ। ਸ਼੍ਰੀ ਮਾਤਾ ਜੀ ਨੇ ਫਿਰ
ਮਹਾਂਪੁਰਖਾਂ ਦੇ ਹੁਕਮ ਵਿੱਚ ਰਹਿ ਕੇ ਨਾ ਹਜ਼ੂਰੀ ਸੇਵਾ ਕੀਤੀ। ਸਿਆਣੇ ਕਹਿੰਦੇ ਘੋੜੇ ਦੇ ਪਛਾੜੀ ਅਫਸਰ ਜਾਂ ਮਹਾਂਪੁਰਖਾਂ ਦੇ ਅਗਾੜੀ ਇਹ ਬਹੁਤ ਔਖਾ ਕੰਮ ਹੈ, ਕਿਉਂਕਿ ਹਰ ਵੇਲੇ ਤਾੜਨਾ ਹੋਣੀ ਹੈ, ਡਾਂਟ ਡਾਵਟ ਹੋਣੀ ਹੈ। ਪਰ ਜੇ ਤਾਂ ਫਿਰ ਬਿਰਤੀ ਬਣ ਜਾਏ ਨਾ, ਜੇ ਗੁਰ ਝਿੜਕਾ ਤਾਂ ਮਿੱਠਾ ਲੱਗਾ, ਜੇ ਬਖਸ਼ੇ ਤਾਂ ਗੁਰ ਵਡਿਆਈ। ਜਿਹੜਾ ਫਿਰ ਕਹਿੰਦੇ ਨਾ ਮਹਾਂਪੁਰਖਾਂ ਦੇ ਬਚਨ ਸਹਾਰ ਜਾਂਦਾ, ਉਹ ਫਿਰ ਤਰ ਜਾਂਦਾ। ਬੜੀ ਘਾਲ ਘਾਲੀ। ਫਿਰ ਸੰਤ ਮਹਾਂਪੁਰਖਾਂ ਨੇ ਉਹਨਾਂ ਦੇ ਅੰਦਰ ਨੂੰ, ਹੁਣ ਦੀਵਾਲੀ ਲੰਘੀ ਹੈ, ਆਪਾਂ ਸਾਰਿਆਂ ਨੇ ਦੀਵੇ ਵਾਲੇ, ਕਈਆਂ ਨੇ ਬਿਜਲੀ ਦੀਆਂ ਲਾਈਟਾਂ ਲਾ ਲਈਆਂ, ਪਰ ਜਿਹੜਾ ਅੰਦਰ ਦੀਵਾ ਬਾਲਣਾ ਇਹ ਬਹੁਤ ਔਖਾ। ਗਿਆਨ ਦੀਪਕ ਵਰਤੇ ਤਿਹ ਲੋਏ, ਇਹ ਗਿਆਨ ਦਾ ਦੀਵਾ। ਇਹ ਤਾਂ ਦੀਵੇ ਛੋਟੇ ਛੋਟੇ ਨਾ, ਡੋਲਾ ਬਾਵਨ ਵੱਡਾ ਹੋਏ, ਜਾਪੈ ਜਿਉਂ ਸਿੰਘਾਸਣ ਲੋਏ। ਇਹ ਜਿਹੜਾ ਦੀਵਾ ਸੂਰਜ ਇੱਕ ਬ੍ਰਹਿਮੰਡ ਵਿੱਚ ਪ੍ਰਕਾਸ਼ ਕਰਦਾ, ਚੰਦਰਮਾ ਰਾਤ ਨੂੰ ਦਿਨ ਨੂੰ, ਇਹ ਦੋ ਦੀਵੇ ਆ ਨਾ ਬ੍ਰਹਿਮੰਡ ਦੇ। ਤਾਰੇ ਵੀ ਹੈਗੇ, ਅੱਜ ਕੱਲ੍ਹ ਬਿਜਲੀ ਹੈ ਜਾਂ ਦੂਜੇ ਦੀਵੇ, ਮੋਮਬੱਤੀਆਂ, ਲਾਲਟਣਾ, ਗੈਸ। ਪਰ ਇੰਨੇ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਸਾਡੇ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਉਵੇਂ ਕਿਵੇਂ ਹੈ, ਉਹ ਕਿਵੇਂ ਦੂਰ ਹੋਵੇ? ਉਹ ਹੈ ਗਿਆਨ ਦਾ ਦੀਵਾ। ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨ ਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਇਹ ਦੀਵਾ ਅੰਦਰ ਜਗ ਪੈ ਨਾ, ਫਿਰ ਉਹਨੂੰ ਤਿੰਨਾਂ ਲੋਕਾਂ ਦਾ, 14 ਭਵਨਾਂ ਦਾ ਜਿਹੜਾ ਪਤੀ ਪਰਮਾਤਮਾ, ਉਹ ਜਰਰੇ ਜਰਰੇ ਵਿੱਚ ਨਜ਼ਰ ਆਉਣ ਲੱਗ ਜਾਂਦਾ। ਜਿੱਧਰ ਵੀ ਦੇਖੋ ਉਸੇ ਦਾ ਜਲਵਾ ਹੈ। ਸੋ ਮਹਾਂਪੁਰਖਾਂ ਨੇ ਮਾਤਾ ਜੀ ਦੇ ਉੱਤੇ ਬੜੀ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ। ਬੜਾ ਲੰਮਾ ਸਮਾਂ ਮਾਤਾ ਜੀ 1 ਸਦੀ ਤੋਂ ਕੁਝ ਸਾਲ ਉੱਪਰ ਇਸ ਧਰਤੀ 'ਤੇ ਤਪੱਸਿਆ ਕਰਕੇ ਸੰਗਤਾਂ ਦੀ ਕਲਿਆਣ ਕਰਦੇ ਰਹੇ। ਨੰਗਲ ਬਾਬਾ ਬਿਸ਼ਨ ਸਿੰਘ ਦੇ ਡੇਰੇ ਆਏ ਸੀ, ਅਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਨਾਲ ਸੇ, ਮਾਤਾ ਧਰਮ ਕੌਰ ਜੀ ਵੀ, ਅਤੇ ਬਾਬਾ ਮਾਨ ਸਿੰਘ ਜੀ। ਉਦੋਂ ਅਸੀਂ ਇਹ ਮਾਲਪੁਰ ਦੇ ਪਾਸਿਓਂ ਇਸ ਸਥਾਨ 'ਤੇ ਆਏ ਸੀ। ਅੱਜ ਤਾਂ ਹੁਣ ਬੜੀ ਚਹਿਲ ਪਹਿਲ, ਰੌਣਕਾਂ, ਹਰ ਤਰ੍ਹਾਂ ਦੀਆਂ ਸੁੱਖ ਸੁਵਿਧਾ। ਉਸ ਵੇਲੇ ਨਦੀ ਸੀ, ਪੱਥਰ ਸੀਗੇ, ਗੱਡਿਆਂ 'ਤੇ ਪੈਦਲ ਇੱਥੇ ਪਹੁੰਚੇ। ਅਤੇ ਮਹਾਨ ਪਵਿੱਤਰ ਆਤਮਾ, ਆਮ ਕਈ ਬੀਬੀਆਂ ਨੂੰ ਬੜਾ ਨਿੰਦਦੇ ਹੈ, ਪੈਰ ਦੀ ਜੁੱਤੀ ਹੈ, ਇਹਨਾਂ ਦੀ ਗਿੱਚੀ ਪਿੱਛੇ ਮੱਤ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਨੂੰ ਸਨਮਾਨ ਦਿੱਤਾ ਨਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵੀ ਆਹੋ, ਭੰਡੋਂ ਹੋਵੈ ਦੋਸਤੀ ਭੰਡੋਂ ਚਲੈ ਰਾ। ਭੰਡ ਮੁਆ ਭੰਡ ਭਾਲੀਐ, ਭੰਡ ਹੋਵੈ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਬੇਬੇ ਨਾਨਕੀ ਜੀ ਲੈ ਲਓ, ਮਾਤਾ ਸੁਲੱਖਣੀ ਜੀ, ਦੌਲਤਾਂ ਦਾਈ, ਮਾਤਾ ਖੀਵੀ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਂ ਲਿਖਿਆ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਘਿਆਲੀ। ਬੀਬੀ ਭਾਨੀ ਲੈ ਲਓ, ਤੁਹਾਨੂੰ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰਕੇ ਅਤੇ ਗੱਦੀ ਘਰ ਦੀ ਘਰ 'ਚ ਰਹੇ, ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਬਾਰੋ ਵਰੀਏ ਬੀਬੀ ਜੀ ਦਾ। ਫਿਰ ਲੈ ਲਓ ਅਤੇ ਮਾਤਾ ਗੁਜਰੀ ਜੀ, ਪਹਿਲੇ ਸ਼ਹੀਦ ਹੋਇਆ ਬੀਬੀਆਂ 'ਚੋਂ। ਔਰ ਫਿਰ ਮਾਤਾ ਸੁੰਦਰ ਕੌਰ ਦਿੱਲੀ ਵਿੱਚ 39 ਸਾਲ ਪੰਥ ਦੀ ਅਗਵਾਈ ਕੀਤੀ ਹੈ। ਅਤੇ ਮਾਤਾ ਸਾਹਿਬ ਕੌਰ ਬ੍ਰਹਮਚਾਰੀ ਰਹੇ, ਖਾਲਸੇ ਦੀ ਮਾਤਾ ਦਾ ਸਤਿਕਾਰ ਮਿਲਿਆ। ਅਤੇ ਗੁਰੂ ਸਾਹਿਬ ਨੇ ਇਹ ਜਿਹੜਾ ਭੁਲੇਖਾ ਸੀ ਨਾ, ਕੱਢ ਦਿੱਤਾ। ਆਮ ਹੁੰਦਾ ਸੀ ਵੀ ਬੀਬੀ ਨੂੰ ਗਿਆਨ ਨਹੀਂ ਹੋ ਸਕਦਾ,
महाराज कहते ये गल गलत है। नर मनुखा नूं एक निधाना, इस्त्रियां पुरुषां नूं महाराज ने ये नाम का खजाना ज्ञान का भंडार बख्शिया। तो माता जी ने इत्थे महान कालना काली जदों आए हैं, माता जी के दर्शन किए। एवं जदों बैठे होंदे समाधि च, किड्डा वड्डा कोई अमीर वजीर आ जाए, 24 घंटे बंदगी विच ध्यान स्थित रहिंदे सी, आत्मा आनंद विच लीन रहिंदे सी। उन्हें अपने समय ने दर्शन देने, समय के बड़े पाबंद सी। माता जी दर्शन किए ते आम बाणी च हुण लिखिया, धन गुरु अर्जन साहब ने बिल्कुल सही यथार्थ, साधक है संग नहीं कछ भाल, दर्शन भेटत होत निहाल। माता जी दे मस्तक एवं चौड़ा सी, दर्शन करके समाधि लग जाती सी। हुणे मेरे तो पहला सत्कारयोग ज्ञानी हरदीप सिंह जी आनंदपुर वाले अपने डेरे के विद्यार्थी है, तो उन्होंने दसिया कि जिहो जी सोसाइटी च बैठो ना, उहो जिहा प्रभाव पैंदा। तो बीमारां को बह जाओ, जिहो जी बीमारी है उहदा भी असर हो जाता। तो जदों महापुरखों को बैठीए तो महापुरखों का भी प्रभाव पैंदा। साधक है संग नहीं कछ घाल, दर्शन भेटत होत निहाल। पर होवे साधु, स्वाधु ना होवे, कमाई वाला। वो कमाई वाले पुरख सी। हुण आ जंगल अजाड़ बीआवान, हुण तां सड़कां निकल गईयां, किन्ने सुख साधन। उदों दिनां नूं डर लगदा हुंदा सी। ते माता जी दे लो इस अजाड़ बीआवान विच फिर किस तरह के समय भी आए है भयंकर। उस वेले भी देख लो आनंद स्वरूप विच बड़े बड़े शिकारी जंगल शिकार खेलन आते सी। माता जी के दर्शन करदियां ही हथियार सुट देंदे सी, जीव हिंसा त्याग देंदे सी। परमेश्वर के प्यारे, अज असीं उस पवित्र भूमि च बैठे हैं जिथे बैठन साध जन सो थान सुहंदा। और उन्होंने तो बाद माता बीबी शीला देवी जी आए, देख लो ब्राह्मण जाति चों सगे, किन्नी घाल काली, किन्नी सेवा की, उन्होंने माता जी बख्शिश कर गए। आ सामने उन्हों का चित्र आ, नवी संगत नूं दसिया। उन्हों की याद विच संस्कार होया, दीवान हाल बने। बहुत घालना घाली। तो मैं इत्थे आया, दर्शन दीदार किते, बहुत खुशियां प्रसन्नता। वो वे ये सारिया बीबियां दा डेरा, इन्हां नूं बचन वो सुणाउंदे रहिंदे सी। ते मेरा अंजल भी बेबे नानकी ने अपने चरणों च बनाता। इधरों दूर चले गए श्री सुल्तानपुर लोधी, गुरु नानक पातशाह के चरणों च, जिथे उन्हें सेवा लेनी है। आउण दा सुभाग फिर बिरला बिरला बनता रहा। ते बीबियां नूं वो फिर बचन विलास दसदे रहिंदे सी। इन्हां दे मन च उन्होंने चंगे प्रेम के टीके लाए हुए सी। फिर फोन लज्या ही नहीं, फोन किया, बहुत निमरता नाल बेनती की भी महाराज जे असीं आईए तो सानू चंद शरीरां नूं दर्शन होणगे, दे जे आप जी कृपा करो सारे डेरे की संगत दर्शन मिले कर लैगी। इन्हां ने फिर इहो जिहा प्यार दा अपने सबूत दिखाया, खिच पाई
क्योंकि प्रेम दे 2.5 अखर ही है। चरण चरारा ना प्रेम दे। दुनिया मोह नूं प्रेम कहती है, वो तो दलदल है। पंकज मोह पग नहीं चालै, हम देखा तैं डूबी ले। ये प्रेम जड़ा हुंदा इत्थे अपना आप समर्पित करना पैंदा। जिस प्यारे सो नेहो ते सागै मर चलिए, त्रिग जीवन संसार ताकै पाछै जीवन। हुण महाराज हरखोल बरसी मनाई है, डमेली सी ते मैं चरनां 'च बैठा सी ते डॉक्टर चरण सिंह ईशन नंगल वाले कहंदे महाराज बालक कौन है? महाराज कहंदे अपना ही है, संग च आ जाएगा, जन्म सुधार लेगा। इक्को ही बचन च 3 बचन कर गए। महापुरखों की जिहड़ी दिव्य दृष्टि हुंदी है, अलौकिक कृपा कटाख अवलोकन कीनो, दास का दुख बधारे। सो इस वास्ते बीबियां ने हुण मौजूदा समय ते बीबी गंगा देवी जी सेवा सारिਆਂ ने की। संगत सारी सत्कारयोग हुंदी है। प्रबंध नूं चलाउण वास्ते कोई ना कोई मुखी थापना पैंदा है, इवें प्रबंध नहीं चलता। सो इस करके अज ये बड़ी तनदेही दे नाल इन्हीं बीबा जी की भी सेवा की, संगत की भी, ते सारे जिन्नियां बेहंगम बीबियां आने वाली संगत आ, अस्थान की सेवा बड़ी लगन प्यार नाल करते हैं। बहुता दसन की लोड़ नहीं, सारी संगत भली भांत जाणू आ। ते पहला दास उदों आए चंद संगत नाल आई सी, फिर बीबियां दा बड़ा प्यार सी, क्योंकि बड़े महापुरखों वालों ये प्रेम तुरया आ रहा सी, कोई नवा नहीं सी। सो महाराज ने कृपा की। धन धन बाबा ज्वाला सिंह जी महाराज ये बचन कई बारी सुनाया, फिर दोहरा दिन्ने आ। ते महाराज इत्थे आउंदे जांदे सी, संगत नूं भी दर्शन कराउंदे सी। बाबा हीरा सिंह बिहाले वाले ने भी इत्थों ही बख्शिश लई है। और साध संगत जी महाराज जदों आखिरी आए, माता जी नूं कहण लगे, माता जी मैनू आग्या दिओ कि सानू हुण सचखंड का संदेश आ गया जाने का। सेवा जिन्नी सी वो भगताई है। माता जी ने भी अखां भर लईआं। माता जी कहन लगे, पहला माता जावे ना, हक साडा। ते मारे कहंदे ने, माता जी तुसीं अपने हत्थर अपने हथीं अपने पुत्र नूं तोरो। वातों बाद कोई अलामा ना आवे, आग्या बख्शो। आग्या नहीं सी बख्श सकते। किहड़ी मां चाहुंदी कि उहदे सामने उहदा पुत्त जाए? पुत्त भी संत पुत्त, एक हुंदा सुत, एक हुंदी सुता। ते जे तां सस्से नूं औंकड़ ला दईए फिर बन जांदा सुत पुत्तर। जे सस्से नूं औंकड़ ला के तत्ते नूं करना पे सुता लड़की बन जाती है। एक हुंदा सस्सा तत्ता ते सस्से ते आदक, ये बन गया सत। निंबू का होया संतरे जवैन का पूदने का सत हो गया। अखर वही है, लागा मात्र अर्थ बदल जाते हैं। ते जे सस्सा तत्ते नूं सिहारी पा दईए, हिंदी च पाते सस्सा तत्ता जईया सत, वो सच का वाचक है। सच परमेश्वर का प्रतीक है। ते जे सस्से ते टिप्पी पा के तत्ता पा दईए फिर बन जाता संत। सुत तां बहुत माइयां पैदा कर दियां, संत हरेक मां नहीं पैदा करती। ते महाराज ने कहा, कबीर जननी जने तो भगत जन कह दाता कह सूर, नहीं तो जननी बांझ रहे काहे गवावै नूर। महाराज चौथे पातशाह ने तो बड़ा सख्ती ना किया, जिन हर हृदय नाम ना बस्यो
तिन मात कीजै हरवंजा, तिन सुनी दे फिरै बिन आवे खपका मोए करंजा। जड़ी माँ कहते संत भगत सूरमा विद्वान ऐसे दानी पुत्र नूं पैदा नहीं करती। हे परमेश्वर उन्होंने बांझ कर दिओ, वो माड़ा कीड़ा ही ना पैदा करे जिहड़ा समाज नूं कलंक बन जाए। क्योंकि जे यह पुत्र नहीं और सुत सब कीट पतंगा आ जिहड़े हुण नशे खांदे आ, चोरियां डाके बदमाशियां करते हैं, कतलो गारत करते, इन्हां नूं किहनां च गिणांगे? वो सुरबिरती दे लोग है ना। संत बनना कोई सौखा नहीं, संत द्वारा ही संत बनता है। संत दा ते अनंत दा कोई भेद नहीं हुंदा, इक्को ही स्वरूप हुंदे। सो असीं माता जी दे दर्शन किए, उन्होंने कृपा करके बीबी शीला देवी ते कृपा की। अज इस स्थान ते बीबी गंगा देवी जी, सारियां बीबियां, सारे सेवादार सेवा करते हैं। ये तपो भूमि है। गऊआं अपनियां शेरे पंजाब महाराज रणजीत सिंह जी ने देख लो 200 किला छड्डिया सी गऊआं दी चरांद लई, पर वो धर्मी राजा सी ना। सो इस करके अज असीं इस स्थान ते आए हैं। लो गज वज के सारे पढ़ियो। तो दर्शन कै ताई पया बैरागी, पया बैरागी। तो दर्शन कै ताई पया बैरागी, पया बैरागी। बोलो बीबियो। तो दर्शन कै ताई पया बैरागी, पया बैरागी। तो दर्शन कै ताई पया बैरागी, पया बैरागी। पया बैरागी, पया बैरागी। पया बैरागी, पया बैरागी। की गल माईओ, लंगर नहीं छकिया? पया बैरागी, पया बैरागी। पया बैरागी, पया बैरागी। तो दर्शन कै ताई पया बैरागी, पया बैरागी। तो दर्शन कै ताई पया बैरागी, पया बैरागी। अज संगत लियांदी है, पुरुष भी आए है, बीबियां माइयां भी आईयां दसन वास्ते कि बीबियां दे विच भी ज्ञानवान हो सकदियां। ये दर्शन तां कराए है कि तुहानूं एहसास होवे कि जिहड़े सानूं पैर दी जुत्ती समझदे गिटियां च मत दसदे आ कि बीबी जी ने या पहला बीबियां ने ये भुलेखे दूर किए। क्योंकि जो जो जपै तिसकी गत हो, जड़ा भी परमेश्वर का नाम जपदा उसकी कल्याण हुंदी। एक महापुरख जा रहे सी ते कुदरती उन्होंने एक चोर मिल गया। संत कहन लगे की करदा हुन्ना? पहला तो झिझक गया, फिर कहंदा भी महापुरख पूरे लगते आ, भी सच दस दी। कहंदे महाराज चोरी करदा हुन्ना, डाके मारदा हुन्ना। कहंदे फिर छड्ड दे। कहंदे महाराज मेरे पे दादे भी यही काम करते सी, मैं भी यही करदा।
मेरे पुत्र भी गाहां यही काम करते, अपन तो पुश्तां दा धंधा, ये कित्थे छड्डिया जाना। संत कहंदे चंगा फिर एक गल आ भी साडा एक वचन मन ला भी सच बोलिया करी, झूठ नहीं बोलना। कहंदे जी ठीक है। तो कुदरती महापुरख चले गए तो वह हुण चोरी वास्ते निकलिया भी चोरी करिए। तो उधर जिहड़ा राजा सी, अगे पुराने राजे ना रात नूं भेस बदल के उन्होंने वीर यात्रा कहते सी, पब्लिक च घूमते होंदे सी भी मेरे राज कोई भुखा नंगा कोई बीमार दुखी तो नहीं है। वो राजा जिले निकलिया तो उन्होंने पहले वो चोर मिल गया। वो कहते भी तू कौन है? संतां ने कहा सी भी सच बोलना। उन्हें कहा बंदा तो अजनबी है, हुण करां किवें? फिर संतां दा वचन मोहरे रख के कहता जी मैं चोर हाँ। वो राजा कहता फिर तो बहुत आपां मासी दे पुत निकलिया, मैं भी चोर हाँ। भी तू भी कला सी, मैं कला। हुण दोहां नूं एक जना चोरी करूगा, दूआ जना निगाहबानी रखू, इधर फड़न वाला तो नहीं कोई आंदा। दोनों चल गए। कहन लगे भी आपां हुण माड़े धीड़े ते चोरी की करनी है कि तकड़े दे करिए ना, भी इक्को बारी खुला गफ्फा मिल जाएगा। हुण उहदा राजा सी, उन्होंने पता सी भी अपने ਜਿਹੜੇ गुप्त द्वार किधरों जाना, बाकी सारे सुते पे सी। ते वो चले गए अंदर, जिथे बड़े ना उत्थे 7 हीरे पे सी तिजोरी विच। बड़ियां लोगों के कीमती चीज़ां होंदियां। वो कहने लगे लै भी चुक ला। वो चोर कहंदा भी हुण हीरे है 7 ते बंदे 2 आ, ये वंड सही होनी नहीं, एक रहन दिंदे आ, 6 लै जाने, 3 इहदे 3 मेरे। वो 6 चुक लिया जी। ते 3 जिहड़ा राजा चोर सी उहनूं दे दित्ते, 3 आप रख लै। राजा महलां चले गया, वो अपने घर आ गया। जिले देखिया फिर राजे दे चोरी हो गई। राजा कहंदा जे मेरे चोरी तो बाकी प्रजा का की हाल होगा? फड़ो भी 10 नंबरीए सारे बलैकीए जिन्ने, सारे चोर फड़ ले। कुटमार होई, हाहाकार, असलियत निकले न। अखीर यह भी फड़िया गया। जिले फड़िया गया पूछया भी 10 तैं चोरी की है? हुण संतां दा वचन सी भी झूठ नहीं बोलना। वो कहंदा हुण गल तां भी राजे दे आ, ते पता नहीं फांसी लटकाउंदा, 20 साल बंदा की सज़ा दिंदा। फिर संतां दा भी वचन होया होया, चलो जो सज़ा मिलेगी भोगांगे, पर आपां महापुरखां नूं पिठ ना दईए। कहन लगा जी मैं चोरी की है। राजा कहंदा किन्ने हीरियां दी चोरी की? कहंदा जी 6 दी। कहंदे है किन्ने सी? आखे 7 सी। कहंदे फिर कित्थे है? कहंदे जी एक रात अजनबी चोर मिलिया सी, 3 वो लै गया, 3 मेरे कोल आ, लै लो हाजिर आ। कहंदे इन्हां विच चोर हैगा? कहंदे इन्हां च तां कोई नहीं। कहंदे चोर जे आ जा सामने पछाण सकदा? कहंदे जी नहीं जी नेरा सी, पछाण नहीं सकदा, पहली बारी मिलिया सी। कहंदे फिर? कहंदे आवाज़ तो पछाण सकदा। कहंदे अच्छा आवाज़ तो पछाण लेंगा? वो सारे ने आवाज़ां जिले दवाइयां तो जिले राजा बोलिया, कहंदा महाराज आवाज़ तो तुहाडे नाल रलदी सी। वो सारी वजीर भी तो सभा भी पे इन तो सीधी मौत खरीद ली। हुण फिर राजे नूं चोर बनाता है। हाँ जी, कहंदा आवाज़ तो तुहाडे नाल रलदी सी। हुण राजे ने तो सगाई, हुण भी मूँह जा मीट लिया, अंदर हसदा रहा। वो कहन लगा फिर महाराज भई हीरे किन्ने सी? कहंदा जी 7 सीगे, ते 7 बंडे नहीं सी जागते, 3 मैं उन्होंने दे दित्ते, 3 आप रख लै। कहंदे देखो भी तिजोरी। वो जिले वजीर गया, हुण जाके देखे एक हीरा पिया सी। वो वजीर ने कहा भी चोर तो हुण फड़िया ही गया, जिम्मे वो लागे ही है, ये आपां लुको लैने आ। उत्थे कह देंगे महाराज झूठ बोलता है, ये चोरी 7 ही होए सी, उन लुको लिया। हाँ जी। वो राजा कहंदा भी 7वां दस। वजीर कहंदा जी नहीं चोरी की है। भी जब बाकी लिखा तो भी लिखा वो चोर नूं राजा कहंदा वो कित्थे है बई? वो कहंदे महाराज वो तुहाडे वजीर दी जेब च आ। उन्हें कहा भी हुण फिर
अगे राजे नूं हुण वजीर नूं, राजे नूं हले कहा लो भी तलाशी, जिले तलाशी लिए तो निकले। हाँ जी, वजीर नूं फाहे लटकाता ते इहनूं मिनिस्टर बनाता। संतां दा वचन है, सत वचन साधु उपदेश, सत तेजन जाके हृदय प्रवेश। इस करके सतसंगियो, ये जड़ी संतां दी पढ़ाई है वो है एक ने कही दूए न मनी, दोनों ब्रह्म ज्ञानी। चाहे इत्थे बेहंगम बीबियां रहनियां, सेवा वाली संगत आउंदी है, जां जिथे भी महापुरखों को जाने, घरां च भी लै लो, माता पिता का कहना जे मनते हैं, एक दूए का उत्थे भी सत संतोख है। किसी जथेबंदी च राजनीति लै लो, धर्म लै लो, समाज लै लो, व्यवहार लै लो, पढ़ाई सत वचन दी है। तो जदों वचन तो बंदा उखड़ जाता, सारी तरह के कलेश जड़े पैदा हो जाते, क्यों शब्द में बड़ी ताकत है। उधरों फोन आ गया जी फलाना मर गया, इत्थे मकाना शुरू हो जाने, देखा तो है नहीं। उधरों आ गया फलाने का बच्चा जमया, बैंड बाजे बजन लग जाते, खुशियाँ, शब्द की ताकत है ना। इस तरह कौड़ा बोल के देख लो, मिठा बोल के देख लो, वह फर्क है। द्रौपदी ने कहा सी जिले दुर्योधन गया, अन्ने दा अन्ना, महाभारत का मुंड बज गया ना। इस कर कहते हैं तुलसी इस संसार में पांच रतन है सार, मिठा बोलन, निभ चलन, दया दान उपकार। मिठा बोलना, न्यों के चलना, बालक ते बुढ़े ते रोगी ते इस्त्री ते दया करनी, पशु पंछी ते दान देना लोड़ करनू, ते परोपकार करना। ये पांच चीज़ां। बाबा खदाल सिंह महाराज नूं पुछया सी, वो कहंदे मिठा बोले निभ चले, हथों भी किश दे, रब तिन्हां दी बुकली जंगल क्या टंडे। कहंदे जंगलां लज्जण दी लोड़ नहीं, तुहाडे हिरदे च बैठा। इस करके अज असीं महापुरखों की तपो भूमि ते दर्शन दीदार वास्ते आए हैं, तो संगत दूरों आई है, तो इलाके चों भी आई है, तो बहुता समा ना लाइए, क्योंकि फिर गृहस्थियां ने आपो अपने घरां दे कारोबार भी करने हुंदे आ। सो महाराज सच्चे पातशाह ने बड़ी कृपा की है। एक शब्द होर आपां ला लईए, क्योंकि ये सानू मनुष्य दे मिली है। कबीर मानस जन्म दुलंभ है, होत न बारंबार, ज्यों बन फल पाके भोए गिरै, बौहर न लागै डार। बहुते जुग फिरदे फिरदे नू, 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 मानस देही मिल गई, बहुते जुग फिरदे फिरदे नू, बहुते जुग फिरदे फिरदे नू, मानस देही मिल गई, बहुते जुग फिरदे फिरदे नू, मानस देही मिल गई, बहुते जुग फिरदे फिरदे नू, बहुते जुग फिरदे फिरदे नू,
ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਲੱਖ 84 ਜੋਨ ਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਇਨ। ਆ ਕੁੱਤੇ ਵੇਲੇ ਦੇਖ ਲਓ, ਅਵਾਰਾ ਫਿਰਦੇ ਆ, ਗੰਦ ਖਾਂਦੇ ਫਿਰਦੇ ਆ, ਇਹ ਮਨੁੱਖ ਦੇ ਮਿਲੀ ਹੈ। ਇਹਨੂੰ ਅਜਾਈ ਨਾ ਗਾਓ, ਵਿਅਰਥ ਨਾ ਗਾਓ। ਮਹਾਂਪੁਰਸ਼ਾਂ ਦੀ ਸੰਗਤ, ਉਹ ਜਿਵੇਂ ਰਾਜਾ ਸੀ ਤੇ ਉਹ ਚੋਰ ਮਿਲ ਗਏ, ਉਹ ਵੀ ਜਾ ਰਲਿਆ। ਕਹਿੰਦੇ ਕੀ ਕੀ ਗਾਉਣਿਆ? ਇਹ ਕਹਿੰਦਾ ਜੀ ਮੈਂ ਦੱਸ ਦੇਣਾ ਧਰਤੀ ਧਨ ਕਿੱਥੇ ਦੱਬਿਆ। ਦੂਜਾ ਕਹਿੰਦਾ ਜੰਦਾ ਲੱਗਾ ਹੋਵੇ ਨਾ, ਮੈਂ ਹੱਥ ਲਾਵਾਂ ਖੁੱਲ੍ਹ ਜਾਂਦਾ। ਤੀਜਾ ਕਹਿੰਦਾ ਹੈ ਕਿ ਮੈਂ ਬੰਦੇ ਨੂੰ ਦੱਸ ਦਿੰਦਾ, ਇਹ ਬੰਦਾ ਸਾਨੂੰ ਪਕੜਨਾ ਕਿਵੇਂ। ਚੌਥੇ ਨੇ ਤੂੰ ਵੀ ਦੱਸ, ਉਹ ਰਾਜਾ ਹੀ ਸੀ। ਉਹ ਕਹਿੰਦਾ ਜੇ ਫੜੇ ਜਾਈਏ ਨਾ, ਮਾੜੀ ਜਿਹੀ ਦਾੜੀ ਹਿਲਾ ਦਿਆਂ ਤੇ ਸਾਰੇ ਛੁੱਟ ਜਾਂਦੇ। ਉਹ ਹੁਣ ਕਹਾਣੀ ਤਾਂ ਲੰਮੀ ਹੈ। ਅਖੀਰ ਫੜੇ ਗਏ ਸਾਰੇ। ਹੁਣ ਰਾਜਾ ਵਿੱਚ ਹੀ ਦੱਸੋ ਵੀ ਆਪੋ ਆਪਣੇ ਗੁਣ ਸਾਰੇ। ਉਹ ਸਾਰਿਆਂ ਨੇ ਦੱਸਤੇ। ਉਹਨੇ ਪਛਾਣ ਲਿਆ ਵੀ ਇਹ ਵੀ ਵਿੱਚੇ ਸੀ ਰਾਤ। ਕਹਿੰਦੇ ਹੁਣ ਤੁਹਾਨੂੰ ਕੀ ਸਜ਼ਾ ਦਿੱਤੀ ਜਾਏ? ਕਹਿੰਦੇ ਮਹਾਰਾਜ ਹੁਣ ਸਜ਼ਾ ਵਾਲੀ ਗੱਲ ਕਿਹੜੀ? ਮਾੜੀ ਜਿਹੀ ਦਾੜੀ ਤੁਸੀਂ ਹਿਲਾ ਦਿਓ। ਉਹ ਸਾਰਿਆਂ ਨੂੰ ਕਹੇ ਚੋਰੀ ਛੱਡ ਦਿਓ, ਬੜੇ ਬੜੇ ਅਫਸਰ ਬਣਾਤੇ, ਮਾਇਆ ਲਈ ਧੱਕੇ ਖਾਂਦੇ ਆ ਲਓ। ਇਸ ਕਰਕੇ ਹੈ ਸ਼ਬਦ ਬਚਨ ਅੱਜ ਅਸੀਂ ਭਾਗਾਂ ਵਾਲੇ ਹਾਂ। ਬੜਭਾਗੀ ਸਤਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ। ਹਾਂਜੀ, ਬਿਨ ਸੰਗਤ ਮੈਲ ਭਰੀ। ਜਿਹੜੇ ਸੰਗਤ ਨਹੀਂ ਕਰਦੇ ਮੈਲ ਨਾ ਭਰੇ। ਕੋਈ ਨਿੰਦਿਆ ਦੀ ਮੈਲ ਆ, ਬੁਰਾਈਆਂ ਦੀ ਮੈਲ ਆ, ਬਸ ਖੁੰਡ ਪਾਰਟੀ 'ਚ ਬੈਠੇ ਸਾਰਾ ਦਿਨ ਇਹ ਕੁਝ ਕਰੀ ਜਾਂਦੇ ਆ, ਨਿੰਦਿਆ ਚੁਗਲੀ। ਸੋ ਇਸ ਵਾਸਤੇ ਇੱਥੇ ਆ ਕੇ ਦੇਖ ਲਓ ਕਿਵੇਂ ਖਾਮੋਸ਼ੀ ਹੈ। ਵਾਯੂਮੰਡਲ ਸ਼ੁੱਧ ਹੈ, ਪਵਿੱਤਰ ਹੈ, ਪਵਿੱਤਰ 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 ਪਨੀਤ ਬਣਿਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਇਹ ਹੀ ਨਿਰੰਕਾਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਪਹਿਲਾਂ ਪੂਰਵ ਹੋਏ ਮਹਾਂਪੁਰਖਾਂ ਦੇ ਚਰਨਾਂ 'ਚ ਵੀ ਕਿ ਮਹਾਂਪੁਰਖ ਹੋਏ ਤੁਹਾਡੀ ਤਪੋ ਭੂਮੀ ਹੈ, ਆਪ ਆਪਣੀ ਮਿਹਰ ਦ੍ਰਿਸ਼ਟੀ ਰੱਖੋ। ਇਹ ਇਸੇ ਤਰ੍ਹਾਂ ਹੀ ਸਤਿਯੁਗ ਬਣਿਆ ਰਹੇ। ਕਲਯੁਗ ਦਾ ਹੁਣ ਪ੍ਰਭਾਵ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਚੱਕੀ ਚੱਲ ਰਹੀ ਹੈ। ਜਿਹੜੇ ਦਾਣੇ ਆ ਜਾਂਦੇ ਨਾ ਪੁੜਾਂ ਥੱਲੇ, ਉਹਦਾ ਮੈਦਾ ਬਣ ਜਾਂਦੇ ਆ। ਜਿਹੜੇ ਕੀਲੀ ਨਾਲ ਲੱਗ ਜਾਂਦੇ ਆ ਉਹ ਫਿਰ ਬਚ ਜਾਂਦੇ ਆ। ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਭੇਟ, ਜੇ ਦਰ ਲਗੇ ਸੁਬਰੇ ਨਾਨਕ ਅਜ ਬਡਿਠ। ਇਹ ਨਾਮ ਦੀ ਕੀਲੀ ਹੈ ਬਾਣੀ। ਜੇ ਨਾ ਜੁੜੇ ਰਹੋਗੇ ਫਿਰ ਤਾਂ ਬਚਾਇਆ, ਨਹੀਂ ਤਾਂ ਤੁਸੀਂ ਦੇਖ ਲਓ ਸੰਸਾਰ ਦੇ ਉੱਤੇ ਕੋਈ ਮੁਲਕ ਦਾ ਪੜ੍ਹ ਕੇ ਦੇਖ ਲਓ ਵਾਤਾਵਰਨ ਕਿਸ ਤਰ੍ਹਾਂ ਦਾ ਬਣਦਾ ਜਾ ਰਿਹਾ। ਪਰ ਜਿੱਥੇ ਸੰਗਤ ਹੈ, ਨਾਮ ਆ, ਬਾਣੀ ਆ, ਹੁਣ ਦਿਲ ਕੋਈ ਬੋਲਦਾ ਕਿੰਨਾ ਆਨੰਦ ਬਣਿਆ ਹੋਇਆ। ਬੈਕੁੰਠ ਨਗਰ ਜਹਾਂ ਸੰਤ ਬਸ, ਕੋ ਕਬੀਰੇ ਕਹੀਐ ਕਾਹੇ, ਸਾਧ ਸੰਗਤ ਬੈਕੁੰਠਿਆ। ਸੋ ਇੰਨੀਆਂ ਬੇਨਤੀਆਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਔਰ ਬੀਬੀ ਗੰਗਾ ਦੇਵੀ ਜੀ ਤਥਾ ਉਹਨਾਂ ਦੇ ਨਾਲ ਸਾਰੀਆਂ ਬਿਹੰਗਮ ਬੀਬੀਆਂ ਅਤੇ ਆਉਣ ਜਾਣ ਵਾਲੀ ਸਮੂਹ ਸੰਗਤ। ਅਤੇ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਸੁਲਤਾਨਪੁਰ, ਗੁਰੂ ਕੀਆਂ ਨਗਰੀਆਂ ਦੀ ਸੰਗਤ ਆਈ ਹੈ। ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਅਤੇ ਮਹਾਰਾਜ ਨੇ ਕਿਰਪਾ ਕੀਤੀ, ਸੰਗਤ ਨੂੰ ਲਿਆਂਦਾ। ਮਾਸਟਰ ਜੀ ਆਏ ਹੈ, ਜਹੇਦਾਰ ਜੀ ਆਏ ਹੈ, ਅਤੇ ਗਿਆਨੀ ਜੀ ਨੇ ਵੀ ਉਦਮ ਕਰ ਲਿਆ। ਕਿੱਡੀ ਦੂਰੋਂ ਪ੍ਰਵਚਨ ਵੀ ਕੀਤੇ ਕਿ ਸਾਡੇ ਮਹਾਂਪੁਰਖਾਂ ਦਾ ਆਪਸ ਵਿੱਚ ਕਿੰਨਾ ਪਿਆਰ ਸੀ। ਕਿਉਂਕਿ ਇੱਕ ਵਾਰੀ ਮਹਾਂਪੁਰਖ ਕਹਿੰਦੇ ਰਿਸ਼ਤੇਦਾਰਾਂ ਦੇ ਨਾਂ ਜਾਓ, ਰਿਸ਼ਤੇਦਾਰ ਟੁੱਟ ਜਾਂਦੇ ਆ।
ਸੰਗਤ ਨਾਲ ਫਿਰ ਸੰਗਤ ਵੀ ਟੁੱਟ ਜਾਂਦੀ ਹੈ। ਬੂਟੇ ਲਾਏ ਹੋਣ, ਪਾਣੀ ਪਾਉਂਦੇ ਰਹੀਏ, ਹਰੇ ਭਰੇ ਰਹਿੰਦੇ ਨੇ। ਇਸ ਤਰ੍ਹਾਂ ਸੰਗਤ ਦੇ ਵਿੱਚ ਮੇਲ ਮਿਲਾਪ ਜਿਹੜਾ ਬਣਦਾ ਹੈ, ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ। ਇਹ ਇਸੇ ਤਰ੍ਹਾਂ ਹੀ ਜਿਵੇਂ ਪਹਿਲੇ ਮਹਾਂਪੁਰਖਾਂ ਦਾ ਪਿਆਰ ਸੀ, ਉਸੇ ਤਰ੍ਹਾਂ ਦਾ ਪਿਆਰ ਬਣਿਆ ਰਹੇ। ਗਿਆਨੀ ਜੀ ਨੇ ਮੇਰੇ ਬਾਰੇ ਦੱਸਿਆ ਹੀ ਸੀ ਕਿ ਬੜੀਆਂ ਲੰਮੀਆਂ ਕਤਾਰਾਂ ਮਹਾਂਪੁਰਖਾਂ ਦੀਆਂ ਸਾਡੇ ਸਾਹਮਣੇ ਨਿਕਲ ਗਈਆਂ। ਗ੍ਰਸਤੀ ਵੀ ਸੰਤਾਂ ਵਰਗੇ ਸੀ ਜਿਹੜੇ ਉਹਨਾਂ ਦੇ ਸੰਗੀ ਸੀ। ਕਈ ਵਾਰੀ ਮਹਿਸੂਸ ਕਰੀਦਾ ਵੀ ਹੁਣ ਕਿੱਥੇ ਜਾਈਏ, ਕਿੱਥੇ ਬੈਠੀਏ, ਸੰਤ ਨਹੀਂ ਲਾਈਦਾ। ਕਲਯੁਗ ਦਾ ਪ੍ਰਭਾਵ ਆ, ਬੱਚਾ ਵੀ ਇੱਕ ਇੱਕ ਦੋ ਦੋ ਆ, ਉਹਦੀ ਦੌੜ ਵੀ ਪੱਛਮੀ ਦੇਸਾਂ ਨੂੰ ਹੋ ਗਈ ਹੈ। ਰਾਸ਼ਟਰ ਦੀ ਭਗਤੀ, ਮਾਤਾ ਪਿਤਾ ਦੀ ਭਗਤੀ, ਗੁਰੂ ਸੰਤ ਭਗਤੀ, ਧਰਮ ਸਥਾਨਾਂ ਦੀ ਉਹ ਵੀ ਲੋਪ ਹੁੰਦੀ ਜਾ ਰਹੀ ਹੈ। ਕੋਈ ਸਮੇਂ ਦਾ ਚੱਕਰ ਐਸਾ ਹੈ। ਪਰ ਫਿਰ ਵੀ ਤੇ ਜੇ ਆਪਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਰਾਂਗੇ ਤੇ ਮਹਾਰਾਜ ਸਾਡੀ ਸਾਰਿਆਂ ਦੀ ਰੱਖਿਆ ਕਰਨਗੇ, ਕਿਉਂਕਿ ਉਹ ਆਪ ਰਖਵਾਲੇ ਆ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕਾ ਡੇਰਾ ਪਨ, ਉਹ ਆਪੇ ਮਿਹਰ ਕਰਦੇ। ਇੰਨੀਆਂ ਬੇਨਤੀਆਂ ਕਰਦੇ ਹੋਏ ਬੀਬੀ ਗੰਗਾ ਦੇਵੀ ਜੀ, ਸਾਰੇ ਸੇਵਾਦਾਰਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮਹਾਰਾਜ ਕਿਰਪਾ ਕਰਕੇ ਸਭ ਨੂੰ ਨਾਮਦਾਨ, ਸਿੱਖੀ, ਸਿਦਕ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ ਔਰ ਸਾਰੇ ਵਿਸ਼ਵ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।